ਜੀਉ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਹਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਧੰਨ ਧੰਨ ਪੁਨ ਧੰਨ ਵਖਾਣਹਿ। ਆਪਨ ਗਤ ਤੁਮ ਆਪੇ ਜਾਣਹਿ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਣੋ। ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਦੀਵਾਨਾਂ ਦੇ ਅਨੁਸਾਰ ਅਸੀਂ ਪਿਛਲੇ ਦਿਨਾਂ ਤੋਂ ਲੜੀਵਾਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਹ ਦੇ ਅਧਿਆਇ 9ਵੇਂ ਦਾ ਪ੍ਰਸੰਗ ਸਰਵਣ ਕਰਦੇ ਆਉਂਦੇ ਹਾਂ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਦੇ ਪਿਤਾ ਜੀ ਵੱਲੋਂ ਆਪਣੇ ਪੁੱਤਰ ਨੂੰ ਜਨੇਊ ਪਹਿਨਾਉਣ ਦੀ ਜੋ ਰਸਮ ਦੇ ਬਾਬਤ ਘਰ ਦੇ ਵਿੱਚ ਸਾਰੇ ਸਕੇ ਸੰਬੰਧੀ ਬੁਲਾਏ ਜਾਂਦੇ ਨੇ। ਨਗਰ ਦੇ ਵਿਦਵਾਨ ਸੱਜਣ
ਪੰਡਿਤ, ਬ੍ਰਾਹਮਣ, ਖੱਤਰੀ ਜਿਹੜੇ ਵੀ ਉਹਨਾਂ ਦੇ ਸਕੇ ਸੰਬੰਧੀ ਨੇ, ਵਿਦਵਾਨ ਨੇ, ਸਾਰੇ ਉਹਨਾਂ ਦੇ ਗ੍ਰਹਿ ਵਿਖੇ ਆਉਂਦੇ ਨੇ। ਇਸ ਖੁਸ਼ੀ ਦੇ ਮੌਕੇ ਦੇ ਉੱਤੇ ਪਹੁੰਚ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲਾਂ ਚੰਗੀ ਤਰ੍ਹਾਂ ਸਾਰਾ ਕੁਝ ਦੇਖਦੇ ਨੇ, ਪਰਖਦੇ ਨੇ। ਫਿਰ ਬਾਅਦ ਦੇ ਵਿੱਚ ਉਹਨਾਂ ਦਾ ਆਪਸੀ ਜੋ ਵਿਚਾਰ ਚਰਚਾ ਦਾ ਪ੍ਰਸੰਗ ਆਰੰਭ ਹੁੰਦਾ ਹੈ, ਉਹ ਪ੍ਰਸੰਗ ਵੀ ਅਸੀਂ ਸਰਵਣ ਕਰ ਚੁੱਕੇ ਹਾਂ ਤੇ ਜਿਸ ਦਾ ਕਟਾਕਸ਼ ਕਰਦਿਆਂ, ਖੰਡਨ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪਣੀ ਰਚਨਾ ਤੋਂ ਸਤਿਗੁਰੂ ਜੀ ਬਾਣੀ ਉਚਾਰਨ ਕਰਦੇ ਨੇ। ਜੋ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਦਰਜ ਨੇ, ਉਹਦੀ ਵੀ ਵਿਚਾਰ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਵਿਚਾਰ ਚਰਚਾ ਚੱਲਦੀ ਹੈ। ਵਿਚਾਰ ਚਰਚਾ ਚਲਦਿਆਂ ਪਾਤਸ਼ਾਹ ਜੀ ਦੇ ਕੋਲੋਂ ਫਿਰ ਪੁੱਛਿਆ ਜਾਂਦਾ ਹੈ ਵੀ ਤੁਸੀਂ ਆਪਣਾ ਪੱਖ ਰੱਖੋ। ਪੰਡਿਤ ਹਰਦਿਆਲ ਬੇਨਤੀ ਕਰਦਾ ਹੈ ਕਿ ਹੇ ਨਾਨਕ ਜੀ, ਤੁਸੀਂ ਆਪਣਾ ਪੱਖ ਵੀ ਰੱਖੋ। ਤੁਸੀਂ ਦੱਸੋ, ਸਾਰਿਆਂ ਦੇ ਮਨ ਦੇ ਵਿੱਚ ਤੀਬਰਤਾ ਹੈ, ਲਾਲਸਾ ਹੈ ਕਿ ਅਸਲ ਕਿਹੜਾ ਜਨੇਊ ਹੈ ਜੋ ਮਨੁੱਖ ਨੂੰ ਮੁਕਤੀ ਪ੍ਰਦਾਨ ਕਰਦਾ ਹੈ, ਜਿਸ ਦੇ ਨਾਲ ਮਨੁੱਖ ਨਰਕਾਂ ਤੋਂ ਬਚ ਜਾਂਦਾ ਹੈ, ਜਿਸ ਦੇ ਨਾਲ ਮਨੁੱਖ ਦਾ ਜੀਵਨ ਸਚਿਆਰਾ ਹੋ ਜਾਂਦਾ ਹੈ। ਇਹੋ ਜਿਹਾ ਕਿਹੜਾ ਜਨੇਊ ਹੈ, ਸਾਨੂੰ ਸਮਝਾਉਣਾ ਕਰੋ। ਕਿਉਂਕਿ ਪਾਤਸ਼ਾਹ ਜੀ ਨੇ ਉਹ ਸਾਰੀ ਵਿਚਾਰ ਸਾਰੇ ਪੰਡਤਾਂ ਦੇ ਨਾਲ, ਬ੍ਰਾਹਮਣਾਂ ਦੇ ਨਾਲ ਕੀਤੀ ਹੋਈ ਸੀ ਕਿ ਮਨੁੱਖ ਜਨੇਊ ਪਹਿਨ ਕੇ ਅਨੇਕਾਂ ਤਰ੍ਹਾਂ ਦੇ ਭੈੜੇ ਵਿਚਾਰ ਕਰਦਾ ਹੈ, ਲੱਖ ਝੂਠ ਬੋਲਦਾ ਹੈ, ਮੰਦੇ ਕਰਮ ਕਰਦਾ ਹੈ। ਸਾਰਾ ਕੁਝ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਸੀ ਤੇ ਪਾਤਸ਼ਾਹ ਜੀ ਨੇ ਫਿਰ ਇਹ ਵੀ ਆਖਿਆ ਸੀ ਕਿ ਇਹ ਜਨੇਊ ਦਾ ਜਿਹੜਾ ਧਾਗਾ ਹੈ ਨਾ, ਇਹ ਜਦੋਂ ਮੈਲਾ ਹੋ ਜਾਂਦਾ, ਇਸ ਨੂੰ ਉਤਾਰ ਕੇ ਨਵਾਂ ਪਹਿਨ ਲਿਆ ਜਾਂਦਾ। ਜਿਹੜਾ ਜਨੇਊ ਆਪ ਮੈਲਾ ਹੋ ਸਕਦਾ ਹੈ ਸਰੀਰ ਦੀ ਮੈਲ ਦੇ ਨਾਲ, ਉਹ ਜਨੇਊ ਮੇਰੇ ਮਨ ਨੂੰ, ਮੇਰੀ ਆਤਮਾ ਨੂੰ ਕਿਸ ਤਰ੍ਹਾਂ ਸਾਫ਼ ਰੱਖੇਗਾ? ਕਿਸ ਤਰ੍ਹਾਂ ਮੇਰੀ ਆਤਮਾ ਉਹ ਜਨੇਊ ਪਹਿਨਣ ਦੇ ਨਾਲ ਪਵਿੱਤਰ ਹੋਵੇਗੀ? ਜਿਹੜਾ ਆਪ ਹੀ ਟੁੱਟ ਜਾਂਦਾ ਹੈ ਤੇ ਉਹ ਮੇਰੇ ਮਨ ਨੂੰ ਕਿਸ ਤਰ੍ਹਾਂ ਬਲਵਾਨ ਬਣਾਵੇਗਾ? ਮਨ ਨੂੰ ਕਿਸ ਤਰ੍ਹਾਂ ਵਿਕਾਰਾਂ ਦੇ ਨਾਲ ਲੜਨ ਦੀ ਸ਼ਕਤੀ ਦੇਵੇਗਾ? ਇਹ ਪਾਤਸ਼ਾਹ ਜੀ ਨੇ ਸਾਰਾ ਪੱਖ ਉਹਨਾਂ ਪੰਡਤਾਂ ਦੇ ਸਨਮੁਖ ਰੱਖਿਆ ਸੀ। ਫਿਰ ਪਾਤਸ਼ਾਹ ਜੀ ਇਹ ਵੀ ਸਮਝਾਉਣਾ ਕਰਦੇ ਨੇ, ਜਿੱਥੇ ਪਾਤਸ਼ਾਹ ਜੀ ਕਿਸੇ ਗੱਲ ਦਾ ਖੰਡਨ ਕਰਦੇ ਨੇ ਨਾ, ਕਿਸੇ ਗੱਲ ਦਾ ਕਟਾਕਸ਼ ਕਰਦੇ ਨੇ, ਉਸ ਦੇ ਬਾਬਤ ਪਾਤਸ਼ਾਹ ਜੀ ਫਿਰ ਆਪਣਾ ਪੱਖ ਵੀ ਰੱਖਦੇ ਨੇ। ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਜੇਕਰ ਸਾਡੇ ਬੱਚੇ ਕੋਈ ਗਲਤ ਕਾਰਜ ਕਰਦੇ ਨੇ, ਜੇ ਉਹਨਾਂ ਨੂੰ ਉਸ ਕੰਮ ਦੇ ਵੱਲੋਂ ਰੋਕਣਾ ਹੋਵੇ ਨਾ, ਸਾਨੂੰ ਉਸ ਦੀ ਤਿਆਰੀ ਵੀ ਕਰਨੀ ਪੈਂਦੀ ਹੈ ਕਿ ਉਸ ਨੂੰ ਕੰਮ ਤੋਂ ਰੋਕ ਕੇ, ਭੈੜੇ ਰਾਹ ਵੱਲ ਰੋਕ ਕੇ ਚੰਗਾ ਰਾਹ ਵੀ ਸਾਨੂੰ ਦੱਸਣਾ ਪਵੇਗਾ ਭਾਈ, ਕਿਉਂਕਿ ਉਸ ਨੂੰ ਕਿਸੇ ਦੂਜੇ ਪਾਸੇ ਲਾਣਾ ਪਵੇਗਾ, ਦੂਜੀ ਵਿਚਾਰ ਵੀ ਉਸ ਨੂੰ ਸੌਂਪਣੀ ਪਵੇਗੀ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਫਿਰ ਆਪਣੀ ਰਸਨਾ ਤੋਂ ਉਚਾਰਨ ਕੀਤਾ ਵੀ ਹੇ ਭਾਈ, ਵੀ ਜਿਹੜੇ ਮਨੁੱਖ ਨਾਮ ਤੇ ਭਰੋਸਾ ਕਰਦੇ ਨੇ, ਆਪਣੇ ਜੀਵਨ ਦੇ ਵਿੱਚ ਨਾਮ ਨੂੰ ਧਾਰਨ ਕਰਦੇ ਨੇ, ਪਰਮਾਤਮਾ ਦੀ ਬੰਦਗੀ ਕਰਦੇ ਨੇ, ਪਰਮਾਤਮਾ ਦੇ ਗੁਣਾਂ ਨੂੰ ਜੀਵਨ ਦੇ ਅੰਦਰ ਧਾਰਨ ਕਰਦੇ ਨੇ, ਫਿਰ ਉਹ ਸੰਸਾਰ ਦੇ ਵਿੱਚ ਵਿਚਰਦਿਆਂ ਸ਼ੋਭਾ ਪਾਉਂਦੇ ਨੇ, ਇੱਜ਼ਤ ਦੇ ਪਾਤਰ ਬਣਦੇ ਨੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਵੀ ਇਹੋ ਜਿਹੇ ਚੰਗੇ ਗੁਣਾਂ ਦਾ ਜਨੇਊ ਧਾਰਨ ਕਰਨ ਦੇ ਨਾਲ ਮਨੁੱਖ ਦਾ ਜੀਵਨ ਤਾਂ ਪਵਿੱਤਰ ਹੁੰਦਾ ਹੈ, ਮਨੁੱਖ ਦੀ ਆਤਮਾ ਪਵਿੱਤਰ ਹੁੰਦੀ ਹੈ, ਮਨੁੱਖ ਦਾ ਮਨ ਸਚਿਆਰਾ ਹੁੰਦਾ ਹੈ। ਇਹੋ ਜਿਹਾ ਪਵਿੱਤਰ ਧਾਗਾ ਕਹਿੰਦੇ ਪ੍ਰਭੂ ਦੇ ਦਰਬਾਰ ਦੇ ਵਿੱਚ ਵੀ ਕਦੇ ਨਹੀਂ ਟੁੱਟਦਾ, ਹਰੇਕ ਥਾਂ ਦੇ ਉੱਤੇ ਸ਼ੋਭਾ ਪਾਉਂਦਾ ਹੈ। ਜੇਕਰ ਮਨੁੱਖ ਦਾ ਸਰੀਰ ਨਹੀਂ ਵੀ ਰਿਹਾ ਤਾਂ ਚੰਗੇ ਗੁਣ ਹਮੇਸ਼ਾ ਮਨੁੱਖ ਦੀ ਆਤਮਾ ਦੇ ਨਾਲ ਹੀ ਰਹਿੰਦੇ ਨੇ। ਆਤਮਿਕ ਤੌਰ ਦੇ ਉੱਤੇ ਮਨੁੱਖ ਸਦਾ ਅਮਰ ਰਹਿੰਦਾ ਹੈ। ਇਹ ਵਿਚਾਰ ਪਾਤਸ਼ਾਹ ਜੀ ਦੇ ਜਦੋਂ ਸਰਵਣ ਕੀਤੇ ਪੰਡਿਤ ਹਰਦਿਆਲ ਜੀ ਨੇ, ਤਾਂ ਮਨ ਦੇ ਵਿੱਚ ਬਹੁਤ ਆਨੰਦ ਮਹਿਸੂਸ ਕੀਤਾ। ਉਹਨਾਂ ਦੀ ਵਿਚਾਰ ਦੇ ਨਾਲ ਪੰਡਿਤ ਹਰਦਿਆਲ ਸਹਿਮਤ ਹੋ ਗਿਆ। ਤੇ ਇਸੇ ਤਰ੍ਹਾਂ ਕੱਲ੍ਹ ਦੇ ਦੀਵਾਨਾਂ ਤੱਕ ਅਸੀਂ ਇੱਥੋਂ ਤੱਕ ਪ੍ਰਸੰਗ ਸਰਵਣ ਕਰ ਚੁੱਕੇ ਹਾਂ ਕਿ ਪੰਡਿਤ ਹਰਦਿਆਲ ਜੀ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਹਿਰਦੇ ਦੇ ਵਿੱਚ ਬੜੀ ਸ਼ਰਧਾ ਧਾਰਦਾ ਹੈ ਤੇ ਹਿਰਦੇ ਦੇ ਵਿੱਚੋਂ ਕੁਝ ਉਚਾਰਨ ਕਰਦਾ ਹੈ। ਕੀ ਉਚਾਰਨ ਕਰਦੇ ਨੇ ਪੰਡਿਤ ਹਰਦਿਆਲ ਜੀ, ਉਹ ਪ੍ਰਸੰਗ ਅਸੀਂ ਇਸ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਆਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਧੰਨ ਪੁਨ ਧੰਨ ਵਖਾਣਹਿ, ਆਪਨ ਗਤ ਤੁਮ ਆਪੇ ਜਾਣਹਿ। ਜਦੋਂ ਪੰਡਿਤ ਹਰਦਿਆਲ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਬਚਨ ਸਰਵਣ ਕੀਤੇ ਨਾ ਕਿ ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੀ ਸਿਫਤ ਕਰਨੀ, ਪਰਮਾਤਮਾ ਦਾ ਨਾਮ ਜਪਣਾ ਹੀ ਸੱਚਾ ਜਨੇਊ ਹੈ। ਜਦੋਂ ਪੰਡਿਤ ਹਰਦਿਆਲ ਜੀ ਨੇ ਇਹੋ ਜਿਹੇ ਬਚਨ ਸਰਵਣ ਕੀਤੇ ਭਰੀ ਸਭਾ ਦੇ ਵਿੱਚ, ਤਾਂ ਪੰਡਿਤ ਹਰਦਿਆਲ ਵੀ ਫਿਰ ਆਪਣੀ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਜੈ ਜੈਕਾਰ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪੰਡਿਤ ਹਰਦਿਆਲ ਜੀ ਵਡਿਆਈ ਕਰਦੇ ਨੇ ਤੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਪਏ ਨੇ, ਪਾਤਸ਼ਾਹ ਜੀ ਨੂੰ ਸੀਸ ਝੁਕਾਉਂਦੇ ਨੇ, ਨਮਸਕਾਰਾ ਕਰਦੇ ਨੇ। ਕਹਿੰਦੇ ਧੰਨ ਧੰਨ ਪੁਨ ਧੰਨ ਵਖਾਣੇ, ਆਪਨ ਗਤ ਤੁਮੇ ਆਪੇ ਜਾਣੇ। ਤੇ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਤੁਸੀਂ ਧੰਨ ਹੋ, ਤੇ ਇਸੇ ਤਰ੍ਹਾਂ ਫਿਰ ਆਖਦੇ ਨੇ ਕਿ ਤੁਹਾਡੀ ਗਤ, ਤੁਹਾਡੀ ਰਮਜ਼ ਤੁਸੀਂ ਆਪਣੇ ਆਪ ਹੀ ਜਾਣਦੇ ਹੋ, ਕੋਈ ਵੀ ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਦਾ। ਅਵਰ ਨ ਕਾਹੂ ਮਹਿਮਾ ਜਾਣੀ, ਏਕ ਪ੍ਰੋਹਤ ਪਾਹਤ ਅਭਿਮਾਨੀ। ਕਹਿੰਦੇ ਤੁਹਾਡੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਤੁਹਾਡੀ ਮਹਿਮਾ ਵਿਸ਼ਾਲ ਹੈ, ਤੁਹਾਡੇ ਹਿਰਦੇ ਨੂੰ ਪੜ੍ਹਿਆ ਨਹੀਂ ਜਾ ਸਕਦਾ। ਤੇ ਇਸੇ ਤਰ੍ਹਾਂ ਫਿਰ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਪੁਰੋਹਿਤ, ਪੁਰੋਹਿਤ ਦਾ ਭਾਵ ਹੈ ਪੰਡਿਤ, ਬ੍ਰਾਹਮਣ, ਸਿਆਣਾ। ਤੇ ਪਾਤਸ਼ਾਹ ਜੀ ਨੂੰ ਫਿਰ ਪੰਡਿਤ ਹਰਦਿਆਲ ਕਹਿੰਦਾ ਹੈ ਕਿ ਤੁਸੀਂ ਇੱਕ ਪੰਡਿਤ ਦਾ ਘਮੰਡ ਦਾ ਨਾਸ਼ ਕਰਨ ਵਾਲੇ ਹੋ, ਕਿਉਂਕਿ ਮਨ ਦੇ ਵਿੱਚ ਹੰਕਾਰ ਸੀ। ਤੇ ਪਾਤਸ਼ਾਹ ਜੀ ਨੇ ਉਹ ਆਪਣਾ ਪੱਖ ਰੱਖ ਕੇ ਸਾਰੇ ਦਾ ਸਾਰਾ ਹੰਕਾਰ ਜਿਹੜਾ ਹੈ ਉਹ ਖਤਮ ਕਰ ਦਿੱਤਾ ਹੈ। ਜਿਹ ਪਰ ਕਰਹਿ ਹੇਰ ਕਰ ਕਰੁਣਾ, ਤਾਹੂ ਕੋ ਹਰਹੀ ਪਬ ਮਰਨਾ। ਤੇ ਫਿਰ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਕਿਰਪਾ ਦੀ ਨਜ਼ਰ ਦੇ ਨਾਲ ਤੱਕ ਲੈਂਦੇ ਹੋ, ਜਿਨ੍ਹਾਂ ਨੂੰ ਕਿਰਪਾ ਦੇ ਨਾਲ ਤੁਸੀਂ ਵੇਖਦੇ ਹੋ, ਕਿਰਪਾ ਭਰੀ ਨਜ਼ਰ ਦੇ ਨਾਲ ਤਰਸ ਕਰਦੇ ਹੋ ਜਿਨ੍ਹਾਂ ਮਨੁੱਖਾਂ ਦੇ ਉੱਤੇ, ਤਾਹੂ ਕੋ ਹਰੇ ਪਬ ਮਰਨਾ, ਕਿ ਉਹਨਾਂ ਮਨੁੱਖਾਂ ਦਾ ਜਿਹੜਾ ਜਨਮ ਮਰਨ ਹੈ ਉਹ ਕੱਟਿਆ ਜਾਂਦਾ ਹੈ। ਜਨਮ ਮਰਨ ਤੋਂ ਉਹ ਮਨੁੱਖ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਤੇਸਿਨ ਕਾਲੂ ਬਚਨ ਉਚਾਰਾ, ਅਬ ਭੋਜਨ ਪਾ ਸਗਰੋ ਤਿਆਰਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਨਾਲ ਸਾਰੇ ਜੀਵ ਜਿਹੜੇ ਵੀ ਉੱਥੇ ਉਸ ਰਸਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਸਾਰੇ ਦੇ ਸਾਰੇ ਜਦੋਂ ਉਸ ਪੱਖ ਦੇ ਨਾਲ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ, ਤਾਂ ਫਿਰ ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਸਾਰਿਆਂ ਨੂੰ ਹੋਕਾ ਦਿੰਦੇ ਨੇ ਵੀ ਹੇ ਭਾਈ, ਆਓ ਸਾਰੇ ਜਾਣੇ ਪ੍ਰਸ਼ਾਦਾ ਪਾਣੀ ਛਕੋ। ਹਰ ਪ੍ਰਕਾਰ ਦਾ ਜਿਹੜਾ ਭੋਜਨ ਹੈ ਉਹ ਤਿਆਰ ਹੈ, ਆਓ ਪੰਗਤ ਦੇ ਵਿੱਚ ਬੈਠ ਕੇ ਛਕ ਕੇ ਪ੍ਰਸ਼ਾਦਾ ਛਕੋ ਜੀ। ਦਿਜ ਜੂ ਉਠਤ ਪਾਤ ਵੇ ਸਭ ਹੋ, ਤਜ ਬਿਲੰਬ ਨਿਜ ਭੋਜਨ ਖਾਵੋ। ਤੇ ਫਿਰ ਮਹਿਤਾ ਕਾਲੂ ਜੀ ਦੇ ਪਿਤਾ ਜੀ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਬੇਨਤੀ ਕਰਦੇ ਨੇ ਕਿ ਹੇ ਪੰਡਤ ਜੀ, ਉੱਠੋ ਤੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ। ਤਜ ਬਿਲੰਬ ਨਿਜ ਭੋਜਨ ਖਾਵੋ, ਵੀ ਬਿਲੰਬ ਦਾ ਭਾਵ ਹੈ ਦੇਰੀ, ਤੇ ਦੇਰੀ ਨੂੰ ਛੱਡੋ। ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਕਿਸੇ ਲੇਟ ਕੀਤਿਆਂ ਛੇਤੀ ਦਿਨਾਂ ਆ ਕੇ ਪੰਗਤ ਦੇ ਵਿੱਚ ਸੱਜ ਕੇ ਭੋਜਨ ਛਕੋ ਜੀ। ਸੁਣ ਸਭ ਦਿਜ ਉਠ ਚੀਰ ਉਤਾਰੇ, ਕਰ ਪੰਕਤ ਬੈਸੇ ਇੱਕ ਸਾਰੇ। ਚੀਰ ਦਾ ਭਾਵ ਹੈ ਕੱਪੜੇ, ਬਸਤਰ। ਸਾਰੇ ਜਦੋਂ ਬ੍ਰਾਹਮਣਾਂ ਨੇ ਪਾਤਸ਼ਾਹ ਜੀ ਦੇ ਪਿਤਾ ਜੀ ਦੇ ਕੋਲੋਂ ਬਚਨ ਸਰਵਣ ਕੀਤੇ, ਮਹਿਤਾ ਕਾਲੂ ਜੀ ਦੇ ਕੋਲੋਂ, ਵੀ ਭਾਈ ਹੁਣ ਪ੍ਰਸ਼ਾਦੇ ਦਾ ਸਮਾਂ ਹੋ ਗਿਆ, ਆ ਕੇ ਪ੍ਰਸ਼ਾਦਾ ਛਕੋ, ਤਾਂ ਪੰਡਤਾਂ ਨੇ, ਬ੍ਰਾਹਮਣਾਂ ਨੇ ਆਪਣੀ ਮਰਿਆਦਾ ਦੇ ਅਨੁਸਾਰ ਉਹ ਬਸਤਰ ਉਤਾਰ ਕੇ ਇੱਕ ਪੰਗਤ ਦੇ ਵਿੱਚ ਇੱਕ ਸਾਰ ਬੈਠ ਗਏ ਨੇ ਤੇ ਪ੍ਰਸ਼ਾਦਾ ਛਕਣ ਦੇ ਲਈ ਤਿਆਰ ਹੋ ਗਏ ਨੇ। ਛਤਰੀ ਸਭ ਬੁਲਾਏ ਨਿਜ ਗਿਆਤੀ, ਬਨ ਬੈਠੇ ਸੋ ਪਾਂਤ ਸੁਹਾਤੀ। ਕਹਿੰਦੇ ਖੱਤਰੀ ਤੇ ਜਿਹੜੇ ਨਿੱਜੀ ਰਿਸ਼ਤੇਦਾਰ ਨੇ, ਜਿਹੜੇ ਸਕੇ ਸੰਬੰਧੀ ਨੇ, ਖੱਤਰੀਆਂ ਅਤੇ ਸਕੇ ਸੰਬੰਧੀਆਂ ਨੂੰ ਵੀ ਬੁਲਾਇਆ ਗਿਆ, ਉਹਨਾਂ ਨੂੰ ਵੀ ਹੋਕਾ ਦਿੱਤਾ ਗਿਆ, ਬਨ ਬੈਠੇ ਸੋ ਪਾਂਤ ਸੁਹਾਤੀ, ਕਿ ਉਹ ਵੀ ਇੱਕ ਪੰਗਤ ਦੇ ਵਿੱਚ ਸੋਹਣੀ ਤਰ੍ਹਾਂ ਸੱਜ ਕੇ ਬੈਠ ਗਏ ਹਨ।
ਅਨਕ ਭਾਂਤ ਪਾਤਰਣ ਧਰ ਆਗੇ, ਸੁਪਕਾਰ ਤਬ ਪਰਸਨ ਲਾਗੇ। ਅਨਕ ਭਾਂਤ ਭਾਵ ਅਨੇਕਾਂ ਤਰ੍ਹਾਂ ਦੇ, ਅਨੇਕਾਂ ਪ੍ਰਕਾਰਾਂ ਦੇ, ਪਾਤਰਣ ਭਾਵ ਪੱਤਲਾਂ ਨੂੰ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਬਰਤਨ ਭਾਂਡੇ ਵਰਤਾਏ ਜਾਂਦੇ ਨੇ, ਇਸੇ ਤਰ੍ਹਾਂ ਉਹਨਾਂ ਸਾਰਿਆਂ ਦੇ ਅੱਗੇ ਪੱਤਲ ਜਿਹੜੇ ਸੀ ਉਹ ਪਰੋਸੇ ਗਏ। ਉਹਨਾਂ ਦੇ ਅੱਗੇ ਵੱਖ-ਵੱਖ ਤਰ੍ਹਾਂ ਦੇ ਪੱਤਰਾਂ ਨੂੰ ਧਰਿਆ ਗਿਆ ਤੇ ਸੁਪਕਰ ਤਬ ਪਰਸਨ ਲਾਗੇ। ਸੁਪਕਾਰ ਦਾ ਭਾਵ ਹੈ ਲਾਂਗਰੀ, ਜਿਹੜੇ ਪ੍ਰਸ਼ਾਦਾ ਪਾਣੀ ਵਰਤਾਉਣ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਲਾਂਗਰੀ ਵੀ ਆਖਿਆ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਲਾਂਗਰੀ ਸੀ ਉਹ ਸਾਰੇ ਉਹਨਾਂ ਨੂੰ ਭੋਜਨ ਪਰੋਸਣ ਲੱਗ ਪਏ, ਜਿਹੜੇ ਪੰਗਤਾਂ ਦੇ ਵਿੱਚ ਸੱਜ ਕੇ ਬੈਠੇ ਹੋਏ ਨੇ। ਪਾਇਸ ਸਿਤਾ ਕ੍ਰਿਤ ਵਿਦ ਸੰਗਾ, ਸਪਤ ਪੁਰਸ ਕੇ ਸੰਗ ਉਮੰਗਾ। ਇਸੇ ਤਰ੍ਹਾਂ ਕਹਿੰਦੇ ਖੀਰ, ਖੰਡ ਅਤੇ ਘਿਓ ਤੇ ਵਿਧੀ ਦੇ ਅਨੁਸਾਰ ਬੜੇ ਉਤਸ਼ਾਹ ਦੇ ਨਾਲ ਉਹ ਸਾਰਾ ਕੁਝ ਛੇਤੀ ਉਹਨਾਂ ਨੂੰ ਪਰੋਸਿਆ ਗਿਆ। ਸਪਤ ਪੁਰਸ ਕੇ ਸੰਗ ਉਮੰਗਾ। ਤੇ ਇਸੇ ਤਰ੍ਹਾਂ ਸਾਰਾ ਕੁਝ ਉਹਨਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋਸਿਆ ਗਿਆ। ਸੁਖਨ ਓਦਨ ਬਰੇ ਪਕੋਰੇ, ਮਰਚ ਧਨਿਆ ਸੋ ਦਦ ਮਹਿ ਬੋਰੇ। ਕਹਿੰਦੇ ਬਰੀਕ ਚਾਵਲ, ਬੜੇ ਅਤੇ ਪਕੌੜੇ ਜਿਹੜੇ ਮਿਰਚ ਧਨੀਏ ਵਾਲੇ ਦਹੀਂ ਦੇ ਵਿੱਚ ਡੁੱਬੇ ਹੋਏ ਸਨ, ਉਹ ਸਾਰਾ ਕੁਝ ਜੋ ਕੁਝ ਵੀ ਪਕਵਾਨ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ, ਉਹ ਸਾਰੇ ਦੇ ਸਾਰੇ ਉਸ ਪੰਗਤ ਦੇ ਵਿੱਚ ਬੈਠੇ ਜਨਾਂ ਨੂੰ ਜਿਹੜੇ ਨੇ ਉਹ ਸੰਗਤ ਨੂੰ ਸੰਗਤੀ ਰੂਪ 'ਚ ਜਿਹੜੇ ਇਕੱਠੇ ਹੋਏ ਨੇ, ਸੰਗ ਕਰਦੇ ਨੇ ਪਾਤਸ਼ਾਹ ਜੀ ਦਾ, ਉਹਨਾਂ ਦੇ ਲਈ ਉਹ ਵਰਤਾਏ ਗਏ। ਚੌਪਈ ਸੂਪ ਬਣੀ ਬਰ ਅਨਕ ਪ੍ਰਕਾਰਾ, ਖਾਨਪੁਰਾ ਹਰ ਨਾਮ ਉਚਾਰਾ। ਕਹਿੰਦੇ ਅਨੇਕਾਂ ਪ੍ਰਕਾਰ ਦੇ ਵਧੀਆ ਪਕਵਾਨ ਬਣੇ ਹੋਏ ਸਨ। ਅਨੇਕਾਂ ਤਰ੍ਹਾਂ ਦੇ ਪਕਵਾਨ ਜਿੰਨੇ ਵੀ ਬਣੇ ਹੋਏ ਸਨ ਸਾਰੇ ਦੇ ਸਾਰੇ ਸਾਰਿਆਂ ਨੂੰ ਪਰੋਸੇ ਗਏ। ਸਾਰਿਆਂ ਦੇ ਪੱਤਲਾਂ ਦੇ ਵਿੱਚ, ਬਰਤਨਾਂ ਦੇ ਵਿੱਚ ਉਹ ਪਰੋਸੇ ਗਏ। ਖਾਣ ਤੋਂ ਪਹਿਲਾਂ ਖਾਨਪੁਰਾ ਹਰ ਨਾਮ ਉਚਾਰਾ, ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਪਹਿਲਾਂ ਉਹਨਾਂ ਨੇ ਹਰੀ ਦੇ ਨਾਮ ਦੀ ਆਰਾਧਨਾ ਕੀਤੀ, ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਇਹ ਪ੍ਰਸੰਗ ਅਸੀਂ ਸਰਵਣ ਕਰਦੇ ਆ ਰਹੇ ਹਾਂ ਤੇ ਉਹਨਾਂ ਦੇ ਗ੍ਰਹਿ ਦੇ ਵਿੱਚ ਜਿਹੜੇ ਵੀ ਜਨ ਇਕੱਠੇ ਹੋਏ ਨੇ, ਸਕੇ ਸੰਬੰਧੀ ਜਾਂ ਵਿਦਵਾਨ ਇਕੱਠੇ ਹੋਏ ਨੇ, ਸਾਰੇ ਪ੍ਰਸ਼ਾਦਾ ਪਾਣੀ ਛਕਣ ਦੇ ਲਈ ਬੈਠੇ ਨੇ, ਸਜੇ ਹੋਏ ਨੇ ਤੇ ਉਹ ਵੀ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਨੇ। ਜਦੋਂ ਵੀ ਅਸੀਂ ਘਰਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਦੇ ਹਾਂ ਤਾਂ ਘੱਟੋ ਘੱਟ ਉਸ ਸਮੇਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ। ਉਸ ਪਰਮਾਤਮਾ ਨੂੰ ਆਰਾਧ ਕੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਰਸਨਾ ਤੋਂ ਉਚਾਰਨ ਕਰਿਆ ਕਰੋ ਕਿ ਹੇ ਪਰਮਾਤਮਾ ਜੀ, ਤੇਰਾ ਸ਼ੁਕਰ ਹੈ ਤੂੰ ਸਾਨੂੰ ਰਿਜ਼ਕ ਬਖਸ਼ਿਆ। ਜਦੋਂ ਵੀ ਪ੍ਰਸ਼ਾਦਾ ਛਕੋ ਸਭ ਤੋਂ ਪਹਿਲਾਂ ਉਸ ਹਰੀ ਪਰਮਾਤਮਾ ਨੂੰ ਚੇਤੇ ਕਰਕੇ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਤੋਂ ਹੀ ਇਹ ਰੀਤ ਜਿਹੜੀ ਹੈ ਅਸੀਂ ਪ੍ਰਸੰਗ ਸਰਵਣ ਕਰਦੇ ਆ ਰਹੇ ਹਾਂ। ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਜਿਹੜੇ ਬਜ਼ੁਰਗ ਨੇ ਨਾ, ਉਹ ਸਭ ਤੋਂ ਪਹਿਲਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪਰਮਾਤਮਾ ਨੂੰ ਚੇਤੇ ਕਰਦੇ ਨੇ, ਵਾਹਿਗੁਰੂ ਨੂੰ ਚੇਤੇ ਕਰਦੇ ਨੇ ਤੇ ਅਰਦਾਸ ਬੇਨਤੀ ਕਰਦੇ ਨੇ। ਹਮੇਸ਼ਾ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕਹਿੰਦੇ ਉੱਥੇ ਬੈਠ ਕੇ ਜਿੰਨੇ ਵੀ ਜੀ ਪ੍ਰਸ਼ਾਦਾ ਛਕਣ ਦੇ ਲਈ ਬੈਠੇ ਨੇ, ਜਦੋਂ ਸਾਰਾ ਭੋਜਨ ਪਰੋਸਿਆ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੇ ਰਲ ਮਿਲ ਕੇ ਹਰੀ ਦੇ ਨਾਮ ਦਾ ਉਚਾਰਨ ਕੀਤਾ। ਸਵਾਦ ਸੰਗ ਸਭ ਅਚਬਨ ਕੀਨੋ, ਪੁਨ ਪਨਵਾਰੇ ਕੀਨ ਚਬੀਨੋ। ਤੇ ਸਾਰਿਆਂ ਨੇ ਕਹਿੰਦੇ ਬੜੇ ਸਵਾਦ ਨਾਲ ਭੋਜਨ ਗ੍ਰਹਿਣ ਕੀਤਾ, ਬੜੇ ਸਵਾਦ ਨੇ ਨਾਲ ਉਹ ਸਾਰਾ ਭੋਜਨ ਛਕਿਆ ਤੇ ਸਾਰੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦਾ ਜੈ ਜੈਕਾਰ ਕਰਦੇ ਨੇ ਵੀ ਭਾਈ ਬੜੇ ਸੋਹਣੇ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਸੀ। ਸਾਰੇ ਹੀ ਉਹ ਭੋਜਨ ਪ੍ਰਸ਼ਾਦਾ ਪਾਣੀ ਛਕ ਕੇ ਜਿਹੜੇ ਨੇ ਉਹ ਪ੍ਰਸੰਨ ਹੁੰਦੇ ਨੇ। ਦੀਨ ਦਸ਼ਨਾ ਦਵਿਜ ਸਨਮਾਨੇ, ਬਹੁਰ ਵਿਸਰਜਨ ਹੋਏ ਪਿਆਨੇ। ਤੇ ਕਹਿੰਦੇ ਜਿਹੜੇ ਬ੍ਰਾਹਮਣ ਸਨ ਉਹਨਾਂ ਨੂੰ ਸਨਮਾਨਿਤ ਕਰਦਿਆਂ ਤੇ ਸਾਰਿਆਂ ਨੂੰ ਦਸ਼ਨਾ ਦਿੱਤੀ ਗਈ। ਪ੍ਰਸ਼ਾਦਾ ਪਾਣੀ ਛਕਾਉਣ ਤੋਂ ਬਾਅਦ ਦਸ਼ਨਾ ਦੇ ਕੇ ਸਾਰਿਆਂ ਪੰਡਤਾਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਬੋਹਰ ਵਿਸਰਜਨ ਹੋਏ ਪਿਆ ਨੇ। ਫਿਰ ਸਾਰਿਆਂ ਨੂੰ ਆਦਰ ਸਤਿਕਾਰ ਦੇ ਨਾਲ ਵਿਦਾ ਕੀਤਾ ਗਿਆ। ਦਵੇਜ ਹਰਦਿਆਲ ਚਹਿਤ ਸੋ ਪਾਵਾਂ, ਨਾਮ ਲੱਗੀ ਲਿਵ ਪ੍ਰੇਮੈ ਛਾਵਾਂ। ਪਰ ਪੰਡਿਤ ਹਰਦਿਆਲ ਜੀ ਬਾਕੀ ਬ੍ਰਾਹਮਣਾਂ ਦੇ ਨਾਲੋਂ ਵੱਖਰੇ, ਜੋ ਕੁਝ ਉਹਨਾਂ ਦੇ ਮਨ ਦੀ ਇੱਛਾ ਸੀ, ਉਹਨਾਂ ਨੂੰ ਮਨ ਦੀ ਇੱਛਾ ਦੇ ਅਨੁਸਾਰ ਉਹ ਸਾਰਾ ਕੁਝ ਪ੍ਰਾਪਤ ਹੋ ਗਿਆ। ਬਾਕੀ ਤਾਂ ਇਹ ਮਾਇਕ ਪਦਾਰਥ ਪ੍ਰਸ਼ਾਦਾ ਪਾਣੀ ਛਕ ਕੇ ਜਾਂ ਹੋਰ ਮਾਇਆ ਪ੍ਰਾਪਤ ਕਰਕੇ ਹੀ ਪ੍ਰਸੰਨ ਹੋ ਗਏ। ਪਰ ਜਿਹੜੀ ਪ੍ਰਸੰਨਤਾ ਪੰਡਿਤ ਹਰਦਿਆਲ ਜੀ ਨੂੰ ਪ੍ਰਾਪਤ ਹੋਈ, ਜਿਹੜਾ ਸੁਖ ਪੰਡਿਤ ਹਰਦਿਆਲ ਜੀ ਨੇ ਪ੍ਰਾਪਤ ਕੀਤਾ, ਉਹ ਬਾਕੀਆਂ ਦੇ ਨਾਲੋਂ ਵੱਖਰਾ ਸੀ। ਕਿਉਂਕਿ ਪੰਡਿਤ ਹਰਦਿਆਲ ਜੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪੈ ਗਏ ਨੇ ਤੇ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਕੀਤੀ ਹੈ, ਜੈ ਜੈਕਾਰ ਕੀਤੀ ਹੈ ਤੇ ਨਮਸਕਾਰ ਕਰਦਿਆਂ ਇਹ ਬਚਨ ਉਚਾਰਨ ਕੀਤੇ ਸਨ ਕਿ ਤੁਹਾਡੀ ਮਹਿਮਾ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ। ਤੁਸੀਂ ਵਿਸ਼ਾਲ ਹੋ, ਤੁਸੀਂ ਸਾਰਿਆਂ ਦਾ ਹੰਕਾਰ ਤੋੜਨ ਵਾਲੇ ਹੋ। ਇਹ ਪੰਡਿਤ ਹਰਦਿਆਲ ਜੀ ਕਹਿੰਦੇ ਸਾਰਿਆਂ ਨਾਲੋਂ ਵੱਖਰੇ। ਦਿਵਿਜ ਹਰਦਿਆਲ ਚਹਿਤ ਸੋ ਪਾਵਾ। ਪੰਡਿਤ ਹਰਦਿਆਲ ਜੀ ਜੋ ਚਾਹੁੰਦਾ ਸੀ ਉਹੀ ਉਸ ਨੂੰ ਮਿਲ ਗਿਆ। ਭਾਵ ਮਨ ਦਾ ਟਿਕਾ, ਮਨ ਦਾ ਸੁਖ, ਮਨ ਦੀ ਸ਼ਾਂਤੀ ਪੰਡਿਤ ਹਰਦਿਆਲ ਜੀ ਨੂੰ ਮਿਲ ਗਈ। ਨਾਮ ਲੱਗੀ ਲਿਵ ਪ੍ਰੇਮੇ ਛਾਵਾ। ਤੇ ਉਸ ਪੰਡਿਤ ਹਰਦਿਆਲ ਜੀ ਦੀ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਜੁੜ ਗਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵਾਅਦਾ ਵੀ ਕਰਕੇ ਗਿਆ ਕਿ ਅੱਜ ਤੋਂ ਬਾਅਦ ਮੈਂ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਾਂਗਾ, ਉਸ ਪਰਮਾਤਮਾ ਨੂੰ ਹੀ ਚੇਤੇ ਰੱਖਾਂਗਾ। ਕਿਉਂਕਿ ਆਪ ਜੀ ਨੇ ਜੋ ਕੁਝ ਵੀ ਪੱਖ ਸਾਡੇ ਸਨਮੁਖ ਰੱਖਿਆ ਹੈ ਨਾ, ਮਨੁੱਖ ਕੇਵਲ ਤੇ ਕੇਵਲ ਧਾਰਮਿਕ ਪਹਿਰਾਵਾ ਪਹਿਨ ਕੇ ਧਰਮੀ ਨਹੀਂ ਹੁੰਦਾ। ਮਨੁੱਖ ਦੀ ਸੋਚ ਦੇ ਵਿੱਚ, ਮਨੁੱਖ ਦੇ ਜੀਵਨ ਦੇ ਵਿੱਚ ਧਰਮ ਦੇ ਜਿਹੜੇ ਕਰਮ ਕਾਂਡ, ਜਿਹੜੇ ਬਾਹਰੀ ਤੌਰ ਦੇ ਉੱਤੇ ਕਰਮ ਕਰਦਾ, ਉਸ ਦੇ ਨਾਲ ਨਾਲ ਮਨੁੱਖ ਦੀ ਸੋਚ ਵੀ ਪਵਿੱਤਰ ਹੋਣੀ ਚਾਹੀਦੀ ਹੈ। ਮਨੁੱਖ ਦੇ ਜੀਵਨ ਦੇ ਵਿੱਚ ਵੀ ਚੰਗਿਆਈ ਹੋਣੀ ਚਾਹੀਦੀ, ਉਸ ਦੇ ਜੀਵਨ ਦੇ ਵਿੱਚ ਵੀ ਇਨਸਾਨੀਅਤ ਵਾਲਾ ਪੱਖ ਹੋਣਾ ਚਾਹੀਦਾ। ਤੇ ਪਾਤਸ਼ਾਹ ਜੀ ਨੇ ਫਿਰ ਉਹ ਸਮਝਾਉਣਾ ਕੀਤਾ ਸੀ ਕਿ ਉਹ ਮਨੁੱਖ ਧਰਮੀ ਹੈ। ਇਸ ਧਰਮ ਦੀ ਪਰਿਭਾਸ਼ਾ ਨੂੰ ਪੰਡਿਤ ਹਰਦਿਆਲ ਨੇ ਬੜੇ ਸੁਚੱਜੇ ਢੰਗ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਸਮਝਣਾ ਕੀਤਾ ਤੇ ਆਪਣੇ ਜੀਵਨ ਦੇ ਵਿੱਚ ਨਾਮ ਦੀ ਦਾਤ ਪ੍ਰਾਪਤ ਕਰਕੇ ਬੜਾ ਹੀ ਆਨੰਦਿਤ ਹੁੰਦਾ ਹੈ। ਜਗਿ ਪਵੀਤ ਪਾਵਨੀ ਗਾਥਾ, ਸੁਣੇ ਸੁਨਾਵੇ ਜੋ ਹਿਤ ਸਾਥਾ। ਤੇ ਕਹਿੰਦੇ ਜਿਹੜੀ ਵੀ ਇਹ ਜਨੇਊ ਪਾਣ ਦੀ ਕਥਾ ਹੈ, ਤੇ ਹੁਣ ਕਵੀ ਜੀ ਆਪਣਾ ਪੱਖ ਰੱਖਦੇ ਨੇ। ਜਨੇਊ ਪਾਣ ਦੀ ਕਹਿੰਦੇ ਜਿਹੜੀ ਵੀ ਕਥਾ ਹੈ, ਜਿਹੜਾ ਵੀ ਵਿਅਕਤੀ, ਜਗਿ ਪਵੀਤ ਦਾ ਭਾਵ ਹੈ ਜਨੇਊ, ਜੰਜੂ, ਜਿਹੜਾ ਵੀ ਇਸ ਕਥਾ ਨੂੰ, ਇਸ ਪ੍ਰਸੰਗ ਨੂੰ ਕਹਿੰਦੇ ਸ਼ਰਧਾ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸੁਣੇਗਾ ਅਤੇ ਸੁਣਾਵੇਗਾ। ਸੁਣੇ ਸੁਣਾਵੇ ਜੋ ਹਿਤ ਸਾਥਾ। ਤੇ ਬੜੇ ਪ੍ਰੇਮ ਭਾਵ ਦੇ ਨਾਲ ਉਹ ਸੁਣੇਗਾ ਤੇ ਸੁਣਾਵੇਗਾ ਤੇ ਉਸ ਦੇ ਕਹਿੰਦੇ ਨਸ਼ਟ ਹੋਣ ਵਾਲੇ ਜਨੇਊ ਨੂੰ ਕਦੀ ਨਾ ਆਂਚ ਨਹੀਂ ਆਵੇਗੀ। ਨਸ਼ਟ ਹੋਣ ਵਾਲਾ ਜਨੇਊ ਕਿਹੜਾ? ਜਿਹੜਾ ਪਾਤਸ਼ਾਹ ਜੀ ਨੇ ਗੁਣਾ ਵਾਲਾ ਜਨੇਊ ਧਾਰਨ ਕਰਨ ਬਾਬਤ ਕਿਹਾ। ਕਹਿੰਦੇ ਪਿਆਰ ਦੇ ਨਾਲ ਜਿਹੜਾ ਵੀ ਇਸ ਪ੍ਰਸੰਗ ਦੀ ਕਥਾ ਸਰਵਣ ਕਰੇਗਾ ਤੇ ਬਾਕੀਆਂ ਨੂੰ ਵੀ ਸੁਣਾਵੇਗਾ, ਉਸ ਦੇ ਜੀਵਨ ਦੇ ਵਿੱਚੋਂ ਕਦੇ ਵੀ ਗੁਣਾ ਰੂਪੀ ਜਿਹੜਾ ਜਨੇਊ ਹੈ ਉਹ ਕਦੇ ਵੀ ਨਹੀਂ ਟੁੱਟੇਗਾ, ਕਦੇ ਵੀ ਨਹੀਂ ਨਾਸ਼ ਹੋਵੇਗਾ। ਭਗਨ ਜੰਜੂ ਕੋ ਦੋਖ ਨ ਲਾਗੇ, ਪੁਨ ਸ੍ਰੀ ਗੁਰ ਕੇ ਪਗ ਅਨੁਰਾਗੇ। ਇਸੇ ਤਰ੍ਹਾਂ ਕਹਿੰਦੇ ਭਾਵ ਉਸ ਨੂੰ ਇਹ ਬਾਰੀ ਧਾਗੇ ਦਾ ਜਨੇਊ ਪਾਣਨ ਦੀ ਲੋੜ ਨਹੀਂ। ਜਿਹਨੇ ਅਸਲ ਦੇ ਵਿੱਚ ਜਨੇਊ ਦੀ ਪਰਿਭਾਸ਼ਾ ਸਮਝ ਲਈ, ਧਰਮ ਦੀ ਪਰਿਭਾਸ਼ਾ ਸਮਝ ਲਈ, ਪਰਮਾਤਮਾ ਦੇ ਨਾਮ ਦੀ ਪਰਿਭਾਸ਼ਾ ਨੂੰ ਸਮਝ ਲਿਆ ਕਿ ਅਸਲ ਦੇ ਵਿੱਚ ਸੁਰਤ ਨੇ ਕਿਹੜਾ ਜਨੇਊ ਧਾਰਨ ਕਰਨਾ, ਜਿਸ ਦੇ ਨਾਲ ਸਾਡੀ ਸੁਰਤ, ਸਾਡੀ ਆਤਮਾ ਨੇ ਪਵਿੱਤਰ ਹੋਣਾ, ਸਾਡਾ ਜੀਵਨ ਦਾ ਕਿਰਦਾਰ ਸੁੱਚਾ ਹੋਣਾ ਹੈ। ਤੇ ਫਿਰ ਉਹ ਜਨੇਊ ਜਦੋਂ ਮਨੁੱਖ ਨੇ ਧਾਰਨ ਕਰ ਲਿਆ, ਕਹਿੰਦੇ ਬਾਹਰੀ ਜਨੇਊ ਪਹਿਨਣ ਦੀ ਲੋੜ ਨਹੀਂ ਤੇ ਉਸ ਨੂੰ ਗੁਰੂ ਚਰਨਾਂ ਦਾ ਜਿਹੜਾ ਪ੍ਰੇਮ ਹੈ ਉਹ ਪ੍ਰਾਪਤ ਹੋ ਗਿਆ। ਪੁਨ ਸ੍ਰੀ ਗੁਰ ਕੇ ਪੱਗ ਅਨੁਰਾਗੇ, ਕਿ ਗੁਰੂ ਦੇ ਚਰਨਾਂ ਦਾ ਪ੍ਰੇਮ ਪਿਆਰ ਫਿਰ ਉਸ ਮਨੁੱਖ ਨੂੰ ਮਿਲ ਪੈਂਦਾ ਹੈ। ਦੋਹਰਾ ਗਿਆਤੀ ਛਤਰੀ ਅਪਰਜੇ, ਵਿਪਰਜੇ ਪ੍ਰੋਦਾ ਸਾਥ, ਉਸਤਤ ਉਚਰਤ ਸਦਨਗੇ ਜੋ ਗੁਰ ਦੀਨਾ ਨਾਥ। ਗਿਆਤੀ ਦਾ ਭਾਵ ਜਿਹੜੇ ਨਿੱਜੀ ਸੰਬੰਧੀ ਸਨ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸਮੂਹ ਪਰਿਵਾਰ ਹੈ ਨਾ, ਉਹਨਾਂ ਨੂੰ ਜਾਣਦੇ ਨੇ, ਗਿਆਨ ਰੱਖਦੇ ਨੇ, ਸਾਰੇ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਹੈ। ਗਿਆਤੀ ਦਾ ਭਾਵ ਹੈ ਨਿੱਜੀ ਸੰਬੰਧੀ, ਛਤਰੀ ਦਾ ਭਾਵ ਖੱਤਰੀ, ਵਿਪਰ ਦਾ ਭਾਵ ਬ੍ਰਾਹਮਣ ਤੇ ਪ੍ਰੋਧਾ ਦਾ ਭਾਵ ਪ੍ਰੋਹਤ। ਕਹਿੰਦੇ ਨਿੱਜੀ ਸੰਬੰਧੀ, ਖੱਤਰੀ ਅਤੇ ਬ੍ਰਾਹਮਣ। ਤੇ ਜਿਹੜੇ ਪ੍ਰੋਹਤ
ਦੇ ਨਾਲ ਆਏ ਸਨ। ਪੰਡਿਤ ਜੀ ਦੇ ਨਾਲ ਜਿਹੜੇ ਬ੍ਰਾਹਮਣ ਆਏ ਸਨ, ਪੰਡਿਤ ਹਰਦਿਆਲ ਜੀ ਦੇ ਨਾਲ, ਤੇ ਕਹਿੰਦੇ ਉਸਤਤ ਉਚਰਤ ਸਦਨਗੇ ਜੋ ਗੁਰ ਦੀਨਾਨਾਥ। ਉਹ ਦੀਨਾ ਦੇ ਨਾਥ ਗੁਰੂ ਜੀ ਦੀ ਬੜੀ ਉਸਤਤ ਕਰਦੇ ਨੇ, ਤੇ ਉਸਤਤ ਕਰਦੇ ਕਰਦੇ ਉਹਨਾਂ ਦੀ ਜੈ ਜੈਕਾਰ ਕਰਦੇ ਕਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਕਰਦੇ ਕਰਦੇ ਸਾਰੇ ਹੀ ਆਪਣੇ ਘਰਾਂ ਨੂੰ ਚਲੇ ਗਏ ਨੇ। ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ 10ਵੇਂ ਅਧਿਆਏ ਨੂੰ ਆਰੰਭ ਕਰਾਂਗੇ, ਜਿਸ ਦੇ ਵਿੱਚ ਗਊਆਂ ਚਾਰਨਾ ਤੇ ਖੇਤ ਨੂੰ ਹਰਿਆ ਕਰਨ ਵਾਲਾ ਪ੍ਰਸੰਗ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਅਸੀਂ ਸਰਵਣ ਵੀ ਕਰਦੇ ਹਾਂ, ਉਸ ਪ੍ਰਸੰਗ ਦੀ ਆਰੰਭਤਾ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਹੋਵੇਗੀ। ਇਸ ਸਮੁੱਚੇ ਪ੍ਰਸੰਗ ਦੇ ਵਿੱਚ ਅਸੀਂ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਪਾਤਸ਼ਾਹ ਜੀ ਦੇ ਨਾਲ ਜਨੇਊ ਦੇ ਬਾਬਤ ਵਿਚਾਰ ਚਰਚਾ ਹੁੰਦੀ। ਹੁਣ ਤੱਕ 3 ਜਿਹੜੇ ਮੁੱਖ ਕਿਰਦਾਰ ਇਸ ਦੇ ਵਿੱਚ ਆਏ ਨੇ, ਜਿਹੜੇ ਬਾਕੀ ਮਤਾਂ ਦੇ ਨਾਲ ਸੰਬੰਧ ਰੱਖਦੇ ਸਨ, ਗੋਪਾਲ ਪੰਥ ਤੇ ਮੌਲਵੀ ਤੇ ਪੰਡਿਤ ਹਰਦਿਆਲ। ਇਹ ਤਿੰਨਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਚਰਚਾ ਹੋਈ, ਪਰ ਤਿੰਨੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਬਚਨ ਸਰਵਣ ਕਰਕੇ ਨਿਹਾਲ ਹੁੰਦੇ ਨੇ, ਆਨੰਦਿਤ ਹੁੰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਇਹੀ ਵਾਅਦਾ ਕਰਦੇ ਨੇ, ਇਹੀ ਪ੍ਰਣ ਕਰਦੇ ਨੇ ਕਿ ਅੱਜ ਤੋਂ ਅਸੀਂ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਾਂਗੇ, ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਾਂਗੇ, ਪਰਮਾਤਮਾ ਦੀ ਬੰਦਗੀ ਕਰਾਂਗੇ, ਭਗਤੀ ਕਰਾਂਗੇ। ਗੁਰੂ ਕਿਰਪਾ ਕਰੇ ਜਿੱਥੇ ਅਸੀਂ ਇਸ 9ਵੇਂ ਪ੍ਰਸੰਗ ਦੀ, ਇੱਥੇ 9ਵੇਂ ਅਧਿਆਏ ਦੀ ਸਮਾਪਤੀ ਕੀਤੀ ਹੈ। ਗੁਰੂ ਸਾਹਿਬ ਜੀ ਤਰਸ ਕਰਨ, ਸਾਡੀ ਵੀ ਝੋਲੀ ਦੇ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰਨ। ਅਸੀਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਇਹ ਪ੍ਰਣ ਕਰੀਏ ਵੀ ਅਸੀਂ ਵੀ ਉਸ ਪਰਮਾਤਮਾ ਦਾ ਪੱਲਾ ਫੜ ਕੇ ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦਿਆਂ, ਜੀਵਨ ਨਿਰਵਾਹ ਕਰਦਿਆਂ, ਵਿਕਾਰਾਂ ਦੇ ਵੱਲੋਂ ਮੁਕਤੀ ਪ੍ਰਾਪਤ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਾਂਗੇ। ਗੁਰੂ ਕਿਰਪਾ ਕਰੇ, ਸਾਡੇ ਤੇ ਤਰਸ ਕਰੇ, ਰਹਿਮਤ ਕਰੇ, ਸਾਡੀ ਝੋਲੀ ਦੇ ਵਿੱਚ ਵੀ ਨਾਮ ਦੀਆਂ ਦਾਤਾਂ ਪਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।